ਸਤਿ ਸ਼੍ਰੀ ਅਕਾਲ। ਅੱਜ ਦੀ ਵੀਡੀਓ ਵਿੱਚ ਗੱਲ ਕਰਦੇ ਹਾਂ ਸਟੱਡੀ ਪਰਮਿਟ ਬਾਰੇ। ਸਟੂਡੈਂਟਸ ਦਾ ਸਟੱਡੀ ਪਰਮਿਟ ਕਿਉਂ ਹੁੰਦਾ ਹੈ ਰਿਫਿਊਜ਼, ਉਸ ਬਾਰੇ ਗੱਲ ਕਰਾਂਗੇ ਤੇ ਕਿਹੜੇ ਡਾਕੂਮੈਂਟਸ ਉਸ ਲਈ ਲਗਾਉਣੇ ਜ਼ਰੂਰੀ ਹਨ ਤੇ ਉਸ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾ ਕੁਐਸਚਨ ਆਉਂਦਾ ਹੈ ਕਿ ਵੀਜ਼ਾ ਆਫਿਸਰ ਨੂੰ ਇਹ ਕਲੀਅਰ ਹੋਣਾ ਚਾਹੀਦਾ ਹੈ ਕਿ ਤੁਸੀਂ ਇੱਕ ਜੈਨੂਇਨ ਸਟੂਡੈਂਟ ਹੋ। ਇਸ ਲਈ ਤੁਸੀਂ SOP ਲਿਖਦੇ ਹੋ ਤੇ SOP ਦੇ ਵਿੱਚ ਤੁਸੀਂ ਆਪਣੀ ਪ੍ਰੋਫਾਈਲ ਦੇ ਆਧਾਰ ਤੇ ਉਹ ਸਾਰੇ ਕੁਐਸਚਨ ਦਾ ਜਵਾਬ ਦੇਣਾ ਹੁੰਦਾ ਹੈ ਜੋ ਇੱਕ ਵੀਜ਼ਾ ਆਫਿਸਰ ਦੇ ਦਿਮਾਗ ਵਿੱਚ ਆਉਂਦੇ ਹਨ ਜਦੋਂ ਤੁਹਾਡੀ ਪ੍ਰੋਫਾਈਲ ਨੂੰ ਐਨਾਲਿਸਿਸ ਕਰਦਾ ਹੈ। ਸਭ ਤੋਂ ਪਹਿਲਾ ਕੁਐਸਚਨ ਆਉਂਦਾ ਹੈ ਕਿ ਜਿਹੜਾ ਕੋਰਸ ਤੁਸੀਂ ਚੁਣਿਆ ਹੈ ਉਹ ਕਿਉਂ ਚੁਣਿਆ ਹੈ, ਉਸ ਦਾ ਕਾਰਨ ਕੀ ਹੈ, ਕੀ ਉਹ ਤੁਹਾਡੀ ਪਹਿਲਾਂ ਵਾਲੀ ਸਟੱਡੀ ਨਾਲ ਰਿਲੇਟ ਕਰਦਾ ਹੈ ਜਾਂ ਨਹੀਂ। ਫਿਰ ਕੁਐਸਚਨ ਆਉਂਦਾ ਕਿ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਹੀ ਕਿਉਂ ਸਟੱਡੀ ਕਰਨਾ ਚਾਹੁੰਦੇ ਹੋ। ਤੁਹਾਡੇ ਜਿੱਥੇ ਤੁਸੀਂ ਰਹਿ ਰਹੇ ਹੋ, ਜਿਹੜੇ ਦੇਸ਼ ਵਿੱਚ ਤੁਸੀਂ ਰਹਿ ਰਹੇ ਹੋ, ਉੱਥੇ ਵੀ ਬਹੁਤ ਸਾਰੇ ਕਾਲਜ ਜਾਂ ਯੂਨੀਵਰਸਿਟੀਜ਼ ਹਨ ਜਿੱਥੇ ਤੁਸੀਂ ਸੇਮ ਕੋਰਸ ਬਹੁਤ ਘੱਟ ਫੀਸ ਵਿੱਚ ਕਰ ਸਕਦੇ ਹੋ। ਤੁਸੀਂ ਉੱਥੇ ਕਿਉਂ ਨਹੀਂ ਕਰ ਰਹੇ, ਤੁਹਾਡਾ ਸਪੈਸੀਫਿਕ ਕੈਨੇਡਾ ਆਉਣ ਦਾ ਰੀਜ਼ਨ ਹੀ ਕਿਉਂ ਹੈ, ਉਸ ਬਾਰੇ ਤੁਸੀਂ ਕਲੈਰਿਟੀ ਦਿਓਗੇ। ਤੇ ਉਸ ਤੋਂ ਬਾਅਦ ਗੱਲ ਕਰੋਗੇ ਕਿ ਕੋਰਸ ਤੁਹਾਡੀ ਲਾਈਫ ਵਿੱਚ ਕਿਵੇਂ ਹੈਲਪਫੁਲ ਹੋਵੇਗਾ, ਕਿਵੇਂ ਤੁਸੀਂ ਉਹ ਕੋਰਸ ਕਰਕੇ ਇੱਕ ਵਧੀਆ ਬਿਜ਼ਨਸ ਕਰ ਸਕਦੇ ਹੋ ਜਾਂ ਵਧੀਆ ਜੌਬ ਕਰ ਸਕਦੇ ਹੋ, ਉਸ ਚੀਜ਼ਾਂ ਬਾਰੇ ਦੱਸਣਾ ਹੋਏਗਾ। ਜੇ ਤੁਹਾਡਾ ਗੈਪ ਹੈ ਤਾਂ ਤੁਸੀਂ ਸਟੱਡੀ ਵਿੱਚ ਗੈਪ ਕਿਉਂ ਪਾਇਆ, ਇਸ ਦਾ ਕੀ ਕਾਰਨ ਸੀ, ਜਾਂ ਫਿਰ ਜੇ ਤੁਸੀਂ 4-5 ਸਾਲ ਸਟੱਡੀ ਨਹੀਂ ਕੀਤੀ ਤਾਂ ਇਸ ਦਾ ਕੀ ਕਾਰਨ ਹੈ ਕਿ ਤੁਸੀਂ ਕਿਉਂ ਨਹੀਂ ਸਟੱਡੀ ਕੀਤੀ ਤੇ ਹੁਣ ਕਿਉਂ ਸਟੱਡੀ ਕਰਨਾ ਚਾਹੁੰਦੇ ਹੋ, ਉਹ ਸਾਰੀਆਂ ਚੀਜ਼ਾਂ ਬਾਰੇ ਦੱਸੋਗੇ। ਤੇ ਤੁਹਾਡੀ ਪਿਛਲੀ ਸਟੱਡੀ ਕੀ ਹੈ, ਉਹ ਕਿਵੇਂ ਤੁਹਾਡੇ ਹੋਣ ਵਾਲੇ ਜਿਹੜਾ ਕੋਰਸ ਤੁਸੀਂ ਚੂਜ਼ ਕਰ ਰਹੇ ਹੋ ਉਹਦੇ ਨਾਲ ਰਿਲੇਟ ਕਰਦੀ ਹੈ। ਤੇ ਇਹ ਚੀਜ਼ਾਂ ਦੀ ਵੀ ਕਲੈਰਿਟੀ ਦਿਓ ਕਿ ਤੁਸੀਂ ਇੱਕ ਇੰਟੈਲੀਜੈਂਟ ਜਾਂ ਐਵਰੇਜ ਸਟੂਡੈਂਟ ਹੋ। ਜੇ ਤੁਸੀਂ ਐਵਰੇਜ ਸਟੂਡੈਂਟ ਹੋ ਤਾਂ ਵੀਜ਼ਾ ਆਫਿਸਰ ਨੂੰ ਦੱਸੋ ਕਿ ਕਿਵੇਂ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਇੱਕ ਸੀਰੀਅਸ ਸਟੂਡੈਂਟ ਬਣ ਕੇ ਸਟੱਡੀ ਕਰੋਗੇ। ਕਿਉਂਕਿ ਜੇ ਤੁਸੀਂ ਐਵਰੇਜ ਸਟੂਡੈਂਟ ਹੋ ਤਾਂ ਤੁਸੀਂ ਆਪਣੀ ਕੰਟਰੀ ਦੇ ਵਿੱਚ ਚੰਗੀ ਤਰ੍ਹਾਂ ਸਟੱਡੀ ਨਹੀਂ ਕੀਤੀ ਤਾਂ ਤੁਸੀਂ ਹੁਣ ਕਿਸ ਤਰ੍ਹਾਂ ਕੈਨੇਡਾ ਦੇ ਵਿੱਚ ਆ ਕੇ ਵਧੀਆ ਸਟੱਡੀ ਕਰੋਗੇ, ਤਾਂ ਉਸ ਚੀਜ਼ ਦੇ ਕਾਰਨ ਦੱਸੋ। ਤੇ ਸਟੱਡੀ ਪਰਮਿਟ ਲੈਣ ਲਈ ਇਮੀਗ੍ਰੇਸ਼ਨ ਦੇ ਜਿਹੜੇ ਲਾਅ ਨੇ ਉਹ ਬਹੁਤ ਕਲੀਅਰ ਹਨ। ਹਰ ਸੈਕਸ਼ਨ ਵਿੱਚ ਡਿਟੇਲ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੀਆਂ ਚੀਜ਼ਾਂ ਸਟੱਡੀ ਪਰਮਿਟ ਲੈਣ ਲਈ ਬਹੁਤ ਜ਼ਰੂਰੀ ਹਨ। ਇਸ ਕਰਕੇ ਬੈਸਟ ਸਟੂਡੈਂਟ ਦੀਆਂ ਫਾਈਲਸ ਵੀ ਕਈ ਵਾਰ ਰਿਜੈਕਟ ਹੁੰਦੀਆਂ, ਤੁਸੀਂ ਦੇਖੀਆਂ ਹੋਣੀਆਂ ਤੇ ਕਈ ਵਾਰ ਐਵਰੇਜ ਸਟੂਡੈਂਟਸ ਨੂੰ ਵੀ ਵੀਜ਼ਾ ਮਿਲ ਜਾਂਦਾ। ਤਾਂ ਉਸ ਦਾ ਕਾਰਨ ਇਹੀ ਰਹਿੰਦਾ ਹੈ ਕਿ ਉਸਨੇ ਡਾਕੂਮੈਂਟਸ ਕਿੱਦਾਂ ਦੇ ਲਗਾਏ ਹਨ, SOP ਕਿੱਦਾਂ ਦੀ ਲਿਖੀ ਹੈ, ਜਿਸ ਨਾਲ ਵੀਜ਼ਾ ਆਫਿਸਰ ਨੂੰ ਕਲੈਰਿਟੀ ਹੁੰਦੀ ਹੈ ਜਾਂ ਨਹੀਂ। ਜੇ ਉਸਨੂੰ ਵੀਜ਼ਾ ਆਫਿਸਰ ਨੂੰ ਕਲੈਰਿਟੀ ਹੋਵੇਗੀ ਤਾਂ ਹੀ ਉਹ ਵੀਜ਼ਾ ਦੇਗਾ, ਅਦਰਵਾਈਜ਼ ਰਿਜੈਕਟ ਕਰ ਦੇਗਾ। ਤੇ ਉਸ ਤੋਂ ਬਾਅਦ ਇੱਕ ਹੋਰ ਮੁੱਖ ਕਾਰਨ ਆਉਂਦਾ ਹੈ ਕਿ ਤੁਹਾਡੇ ਹੋਮ ਕੰਟਰੀਜ਼ ਨਾਲ ਟਾਈਜ਼ ਕੀ ਹਨ। ਵੀਜ਼ਾ ਆਫਿਸਰ ਨੂੰ ਕਿੱਦਾਂ ਯਕੀਨ ਹੋਵੇ ਕਿ ਤੁਸੀਂ ਸਟੱਡੀ ਕਰਨ ਤੋਂ ਬਾਅਦ ਵਾਪਸ ਆਪਣੇ ਦੇਸ਼ ਆਓਗੇ, ਕਿ ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਤੁਸੀਂ ਵਾਪਸ ਆਪਣੀ ਕੰਟਰੀ ਦੇ ਵਿੱਚ ਆਓਗੇ। ਜਿਵੇਂ ਕਿ ਤੁਹਾਡੀ ਕੋਈ ਪ੍ਰੋਪਰਟੀ ਹੈ, ਜਾਂ ਫਿਰ ਤੁਹਾਡਾ ਕੋਈ ਬਿਜ਼ਨਸ ਹੈ, ਜਾਂ ਕੋਈ ਜੌਬ ਹੈ, ਜਾਂ ਤੁਸੀਂ ਕਿਸੇ ਆਰਗੇਨਾਈਜੇਸ਼ਨ ਨਾਲ ਜੁੜੇ ਹੋ ਜਿਸ ਨੂੰ ਤੁਸੀਂ ਨਹੀਂ ਛੱਡਣਾ ਚਾਹੁੰਦੇ, ਤੁਸੀਂ ਵਾਪਸ ਉਹਦੇ ਲਈ ਆਓਗੇ। ਜਾਂ ਫਿਰ ਤੁਹਾਡੇ ਪੇਰੈਂਟਸ ਜਾਂ ਸਪਾਊਸ ਜਾਂ ਬੱਚੇ ਜਿਹੜੇ ਤੁਹਾਡੇ 'ਤੇ ਡਿਪੈਂਡ ਹਨ, ਉਹਨਾਂ ਕਰਕੇ ਤੁਹਾਨੂੰ ਵਾਪਸ ਆਉਣਾ ਪਵੇਗਾ। ਅੱਗੇ ਗੱਲ ਆਉਂਦੀ ਹੈ ਫੰਡਸ ਦੀ। ਤੇ ਵੀਜ਼ਾ ਆਫਿਸਰ ਵੱਲੋਂ ਇਹ ਵੀ ਦੇਖਿਆ ਜਾਂਦਾ ਹੈ ਕਿ ਤੁਹਾਡੀ ਟਿਊਸ਼ਨ ਫੀਸ ਅਤੇ ਕੈਨੇਡਾ ਵਿੱਚ ਰਹਿਣ ਦਾ ਖਰਚਾ ਤੁਸੀਂ ਕਿਵੇਂ ਪੂਰਾ ਕਰੋਗੇ, ਤੁਹਾਨੂੰ ਕੌਣ ਇਸ ਚੀਜ਼ ਲਈ ਸਪੋਰਟ ਕਰ ਰਿਹਾ, ਤੁਹਾਡੇ ਅਕਾਊਂਟਸ ਦੇ ਵਿੱਚ ਫੰਡਸ ਹਨ ਜਾਂ ਨਹੀਂ। ਜੇ ਤੁਹਾਨੂੰ ਕੋਈ ਫਾਈਨੈਂਸ਼ੀਅਲੀ ਸਪੋਰਟ ਕਰ ਰਿਹਾ, ਜਿਵੇਂ ਕਿ ਤੁਹਾਡੇ ਪੇਰੈਂਟਸ ਜਾਂ ਤੁਹਾਡਾ ਹਸਬੈਂਡ ਜਾਂ ਅੰਕਲ ਆਂਟੀ ਜਾਂ ਕੋਈ ਰਿਸ਼ਤੇਦਾਰ, ਤਾਂ ਉਸ ਦਾ ਵੀ ਫਾਈਨੈਂਸ਼ੀਅਲ ਲੈਟਰ ਲਗਾਓ ਕਿ ਉਹ ਤੁਹਾਨੂੰ ਸਪੋਰਟ ਕਿਵੇਂ ਕਰੇਗਾ। ਉਸ ਦਾ ਕੋਈ ਬਿਜ਼ਨਸ ਹੈ ਜਾਂ ਜੌਬ ਹੈ ਜਾਂ ਲੋਨ ਹੈ ਜਿਸ ਦੇ ਨਾਲ ਉਹ ਤੁਹਾਨੂੰ ਸਪੋਰਟ ਕਰੇਗਾ, ਤੇ ਉਸ ਤੋਂ ਵੀ ਇੱਕ ਲੈਟਰ ਲਓ ਕਿ ਹਾਂ ਜਿੰਨਾ ਟਾਈਮ ਤੁਸੀਂ ਸਟੱਡੀ ਕਰੋਗੇ ਉਹ ਤੁਹਾਨੂੰ ਸਪੋਰਟ ਕਰਦਾ ਰਹੇਗਾ ਉਹਨਾਂ ਟਾਈਮ ਲਈ। ਜੇ ਤੁਹਾਨੂੰ ਪਾਰਟ ਟਾਈਮ ਜੌਬ ਨਹੀਂ ਮਿਲਦੀ ਤਾਂ ਕਿੱਦਾਂ ਤੁਸੀਂ ਸਰਵਾਈਵ ਕਰੋਗੇ, ਉਹ ਸਾਰੀਆਂ ਚੀਜ਼ਾਂ ਦੀ ਕਲੈਰਿਟੀ ਦਿਓ। ਤੁਸੀਂ SOP ਵਿੱਚ ਇਹ ਵੀ ਮੈਂਸ਼ਨ ਕਰ ਸਕਦੇ ਹੋ ਕਿ ਜਿਹੜਾ ਤੁਸੀਂ ਕੋਰਸ ਲਿਆ ਉਹ ਇਸ ਕਰਕੇ ਤੁਸੀਂ ਚੂਜ਼ ਕੀਤਾ ਹੈ ਕਿਉਂਕਿ ਜਿਹੜੇ ਬਾਕੀ ਕਾਲਜ ਜਾਂ ਯੂਨੀਵਰਸਿਟੀਜ਼ ਤੁਹਾਡੀ ਕੰਟਰੀ ਦੇ ਵਿੱਚ ਹਨ ਉਹਨਾਂ ਦਾ ਸਿਲੇਬਸ ਵਧੀਆ ਨਹੀਂ ਹੈ, ਇਸ ਲਈ ਤੁਸੀਂ ਕੈਨੇਡਾ ਦੇ ਵਿੱਚ ਆ ਕੇ ਲੈ ਰਹੇ ਹੋ। ਉਹ ਕਾਲਜ ਦਾ ਬੈਕਗਰਾਊਂਡ ਨਹੀਂ ਵਧੀਆ ਹੈ ਜਾਂ ਉੱਥੋਂ ਦੀ ਐਜੂਕੇਸ਼ਨ ਨਹੀਂ ਵਧੀਆ ਹੈ, ਉਸ ਚੀਜ਼ ਦੀ ਤੁਸੀਂ ਕਲੈਰਿਟੀ ਦਿਓ। ਤੇ ਇਹ ਵੀ ਦੱਸੋ ਕੈਨੇਡਾ ਦੇ ਵਿੱਚ ਕਿਉਂ ਵਧੀਆ, ਤੁਹਾਨੂੰ ਕਿਉਂ ਵਧੀਆ ਲੱਗਿਆ, ਉੱਥੇ ਕਿਹੜੇ ਸਬਜੈਕਟ ਹਨ ਜਿਹੜੇ ਤੁਹਾਨੂੰ ਸਪੋਰਟ ਕਰਨਗੇ ਅੱਗੇ, ਜਿਨ੍ਹਾਂ ਨਾਲ ਤੁਹਾਨੂੰ ਹੈਲਪ ਮਿਲੇਗੀ, ਉਹ ਕੈਨੇਡਾ ਦੇ ਵਿੱਚ ਅਵੇਲੇਬਲ ਹਨ ਪਰ ਇੰਡੀਆ ਜਾਂ ਕਿਸੇ ਹੋਰ ਕੰਟਰੀ ਦੇ ਵਿੱਚ ਨਹੀਂ ਹਨ, ਉਹ ਚੀਜ਼ਾਂ ਬਾਰੇ ਦੱਸੋ। ਤੇ ਜੇ ਕੋਈ ਨਿਊਜ਼ਪੇਪਰ ਦੇ ਵਿੱਚ ਵੀ ਆਰਟੀਕਲ ਛਪਿਆ ਹੈ ਤਾਂ ਉਸ ਦੀ ਵੀ ਕਟਿੰਗ ਲਗਾਓ ਜਾਂ ਫਿਰ ਆਰਟੀਕਲ ਦਾ ਰੈਫਰੈਂਸ ਦਿਓ ਕਿ ਆਹ ਨਿਊਜ਼ਪੇਪਰ ਦੇ ਵਿੱਚ ਆਹ ਆਰਟੀਕਲ ਛਪਿਆ ਸੀ ਜਿਸ ਵਿੱਚ ਦੱਸਿਆ ਗਿਆ ਹੈ ਕਿ ਇੰਡੀਆ ਵਿੱਚ ਹਰ ਸਾਲ ਲੱਖਾਂ ਹਜ਼ਾਰਾਂ ਕੈਂਡੀਡੇਟਸ ਹਨ ਜੋ ਇੰਜੀਨੀਅਰਿੰਗ ਕਰਦੇ ਹਨ, ਡਾਕਟਰੇਟ ਕਰਦੇ ਹਨ, ਪਰ ਉਹਨਾਂ ਨੂੰ ਜੌਬਸ ਨਹੀਂ ਮਿਲਦੀ ਕਿਉਂਕਿ ਜਿਹੜੀ ਉਹਨਾਂ ਦੀ ਕੁਆਲੀਫਿਕੇਸ਼ਨ ਹੈ ਉਹ ਉਸ ਦੇ ਅਕੋਰਡਿੰਗ ਨਹੀਂ ਹੈ, ਕਿ ਬਹੁਤ ਘੱਟ ਲੋਕਾਂ ਨੂੰ ਜੌਬਸ ਮਿਲੀਆਂ ਹਨ ਇੰਨਾ ਸਟੱਡੀ ਕਰਨ ਤੋਂ ਬਾਅਦ, ਕਿਉਂਕਿ ਉਹਨਾਂ ਦਾ ਜਿਹੜਾ ਸਟੱਡੀ ਕੁਆਲਿਟੀ ਹੈ ਉਹ ਬੈਟਰ ਨਹੀਂ ਹੈ, ਉਹ ਪੂਅਰ ਹੈ। ਤਾਂ ਇਹ ਚੀਜ਼ਾਂ ਦੇ ਤੁਸੀਂ ਰੈਫਰੈਂਸ ਦੇ ਸਕਦੇ ਹੋ ਆਪਣੀ ਫਾਈਲ ਦੇ ਵਿੱਚ
ਕਿਉਂਕਿ ਇਹ ਚੀਜ਼ਾਂ ਨਾਲ ਤੁਹਾਨੂੰ ਸਪੋਰਟ ਮਿਲੇਗੀ। ਜਿਹੜਾ ਵੀ ਕੋਰਸ ਤੁਸੀਂ ਕੈਨੇਡਾ ਯੂਨੀਵਰਸਿਟੀ ਜਾਂ ਕਾਲਜ ਵਿੱਚ ਚੁਣਿਆ ਹੈ ਉਸ ਦੇ ਸਿਲੇਬਸ ਬਾਰੇ ਗੱਲ ਕਰੋ ਕਿ ਕਿਹੜੇ ਟੌਪਿਕ ਜਾਂ ਸਬਜੈਕਟਸ ਤੁਹਾਡੇ ਲਈ ਇੰਪੋਰਟੈਂਟ ਹਨ, ਤੇ ਪਾਰਟਿਕੂਲਰ ਪ੍ਰੋਫੈਸਰ ਬਾਰੇ ਗੱਲ ਕਰੋ ਕਿ ਕਿੰਨੇ ਕੁਆਲੀਫਾਈਡ ਪ੍ਰੋਫੈਸਰ ਹਨ ਉਹ ਕਾਲਜ ਦੇ ਵਿੱਚ, ਅਚੀਵਮੈਂਟਸ ਉਹਨਾਂ ਦੀਆਂ ਕੀ ਹਨ ਜਿਸ ਨਾਲ ਤੁਹਾਨੂੰ ਉਹਨਾਂ ਤੋਂ ਪੜ੍ਹਨ ਦਾ ਮੌਕਾ ਮਿਲੇਗਾ ਤੇ ਤੁਹਾਡੀ ਪ੍ਰੋਗਰੈਸ ਹੋਵੇਗੀ। ਉਹ ਚੀਜ਼ਾਂ ਬਾਰੇ ਦੱਸੋ। ਤੇ ਏਜੰਟਸ ਵੱਲੋਂ ਜਦ ਤੁਸੀਂ ਏਜੰਟ ਕੋਲੇ ਜਾਂਦੇ ਹੋ ਤਾਂ ਸਿਰਫ ਉਸਨੇ ਉਹ ਕੋਰਸ ਤੇ ਉਹ ਕਾਲਜ ਜਾਂ ਯੂਨੀਵਰਸਿਟੀ ਦੱਸਣੇ ਹੁੰਦੇ ਹਨ ਜਿਸ ਵਿੱਚ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਮਿਲੇਗਾ। ਇਸ ਲਈ ਏਜੰਟਸ ਕੋਲੇ ਜਾਓ, ਅਸੀਂ ਮਨਾ ਨਹੀਂ ਕਰਦੇ, ਇਹ ਤੁਹਾਡੀ ਲਾਈਫ ਹੈ, ਪਰ ਤੁਹਾਡੀ ਲਾਈਫ ਹੈ ਉਸ ਦੇ ਅਕੋਰਡਿੰਗ ਤੁਸੀਂ ਖੁਦ ਐਨਾਲਿਸਿਸ ਕਰਕੇ ਜਾਓ ਸਾਰੀਆਂ ਚੀਜ਼ਾਂ ਦਾ ਕਿ ਕਿਹੜੇ ਕਾਲਜ ਦੇ ਵਿੱਚ ਤੁਸੀਂ ਜਾਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਹੈ ਤੇ ਉਸ ਲਈ ਕਿੰਨੀ ਫੀਸ ਹੈ ਤੇ ਕਿਹੜੀਆਂ ਰਿਕੁਆਇਰਮੈਂਟਸ ਹਨ ਤੇ ਤੁਸੀਂ ਕਿਵੇਂ ਉਹ ਰਿਕੁਆਇਰਮੈਂਟਸ ਨੂੰ ਪੂਰਾ ਕਰਦੇ ਹੋ। ਇੱਕ ਫਾਈਲ ਲਗਾਉਣ ਤੋਂ ਪਹਿਲਾਂ ਤੁਸੀਂ ਖੁਦ ਐਨਾਲਿਸਿਸ ਕਰੋ। ਵੀਜ਼ਾ ਆਫਿਸਰ ਦੇ ਪੁਆਇੰਟ ਆਫ ਵਿਊ ਤੋਂ ਸੋਚੋ ਕਿ ਉਸਦੇ ਦਿਮਾਗ ਵਿੱਚ ਕਿਹੜੇ ਕੁਐਸਚਨ ਆਉਣਗੇ ਤੇ ਉਹਨਾਂ ਨੂੰ ਸਪੋਰਟ ਕਰਦੇ ਤੁਹਾਡੇ ਕਿਹੜੇ ਆਨਸਰ ਹਨ, ਤੁਸੀਂ ਕਿਹੜੇ ਡਾਕੂਮੈਂਟਸ ਲਗਾਏ ਹਨ। ਤੇ ਕਦੀ ਵੀ ਫਾਈਲ ਦੇ ਵਿੱਚ ਕੋਈ ਝੂਠਾ ਡਾਕੂਮੈਂਟ ਨਾ ਲਗਾਓ, ਫੇਕ ਡਾਕੂਮੈਂਟ ਨਾ ਲਗਾਓ ਜਿਸ ਨਾਲ ਰਿਫਿਊਜ਼ਲ ਦੇ ਚਾਂਸ ਵੱਧਦੇ ਹਨ। ਉਸ ਦੀ ਬਜਾਏ ਤੁਸੀਂ ਹੋਰ ਸਪੋਰਟਿਵ ਡਾਕੂਮੈਂਟ ਲਾਓ ਕਿ ਤੁਸੀਂ ਇਹ ਗੈਪ ਕਿਉਂ ਪਾਇਆ ਜਾਂ ਆਹ ਚੀਜ਼ ਤੁਸੀਂ ਕਿਉਂ ਕੀਤੀ, ਉਹਦੀ ਕਲੈਰਿਟੀ ਤੁਸੀਂ ਹੋਰ ਡਾਕੂਮੈਂਟਸ ਨਾਲ ਦਿਓ, ਨਾ ਕਿ ਕੋਈ ਫੇਕ ਡਾਕੂਮੈਂਟ ਬਣਾ ਕੇ ਲਗਾਓ। ਜੇ ਤੁਸੀਂ ਆਪਣੀ ਫਾਈਲ ਦੇ ਵਿੱਚ ਸਪਾਊਸ ਐਡ ਕਰ ਰਹੇ ਹੋ ਤਾਂ ਉਸ ਬਾਰੇ ਦੱਸੋ ਕਿ ਤੁਸੀਂ ਸਪਾਊਸ ਐਡ ਕਰਨ ਦਾ ਕਾਰਨ ਕੀ ਹੈ। ਤੁਸੀਂ ਕਲੀਅਰ ਕਰੋ ਕਿ ਸਪਾਊਸ ਨਾਲ ਤੁਹਾਨੂੰ ਕਿਵੇਂ ਮੈਂਟਲੀ ਸਪੋਰਟ ਮਿਲੇਗੀ ਜਾਂ ਮੋਰਲ ਸਪੋਰਟ ਮਿਲੇਗੀ ਜਾਂ ਕਿਵੇਂ ਫੈਮਿਲੀ ਵੈਲ-ਬੀਇੰਗ ਹੈ ਤੁਹਾਡੇ ਜੋ ਵੀ ਤੁਸੀਂ ਸਪਾਊਸ ਨੂੰ ਐਡ ਕਰ ਰਹੇ ਹੋ, ਜਾਂ ਤੁਹਾਡੇ ਕੋਈ ਚਿਲਡਰਨ ਹੈ ਉਸ ਦੀ ਸਪੋਰਟ ਲਈ ਤੁਹਾਨੂੰ ਸਪਾਊਸ ਨਾਲ ਚਾਹੀਦਾ ਹੈ, ਤਾਂ ਉਸ ਬਾਰੇ ਜਾਣਕਾਰੀ ਦਿਓ ਸਾਰੀ। ਤੁਸੀਂ ਹਰ ਚੀਜ਼ ਕਲੀਅਰ ਕਰੋ ਤਾਂ ਕਿ ਵੀਜ਼ਾ ਆਫਿਸਰ ਨੂੰ ਵੀ ਡਿਸੀਜ਼ਨ ਲੈਣ ਵਿੱਚ ਮੁਸ਼ਕਿਲ ਨਾ ਆਵੇ। ਤੇ ਇਹ ਕਦੀ ਨਾ ਸੋਚੋ ਕਿ ਆਹ ਤਾਂ ਚੀਜ਼ ਇੰਨੇ ਕੁ ਡਾਕੂਮੈਂਟਸ ਲੱਗੇ ਤਾਂ ਇਹਦੇ ਨਾਲ ਵੀਜ਼ਾ ਆਫਿਸਰ ਨੂੰ ਪਤਾ ਹੀ ਲੱਗ ਜਾਏਗਾ, ਸਮਝ ਆ ਹੀ ਜਾਵੇਗੀ। ਤੁਸੀਂ ਇਹ ਸੋਚੋ ਕਿ ਕੁਝ ਨਹੀਂ ਸਮਝ ਆਉਣਾ, ਤੁਸੀਂ ਹਰ ਚੀਜ਼ ਦਾ ਡਾਕੂਮੈਂਟ ਪੂਰਾ ਕਲੀਅਰ ਦੇਣਾ ਹੈ। ਤੇ ਜੇ ਤੁਹਾਡੀ ਕੋਈ ਸਟੱਡੀ ਟਾਈਮ ਦੇ ਵਿੱਚ ਕੋਈ ਅਚੀਵਮੈਂਟ ਹੈ, ਤੁਹਾਨੂੰ ਕੋਈ ਪਰਫਾਰਮੈਂਸ ਸਰਟੀਫਿਕੇਟ ਮਿਲਿਆ ਜਾਂ ਕੋਈ ਹੋਰ ਅਚੀਵਮੈਂਟ ਮਿਲੀ ਹੈ ਜਾਂ ਤੁਹਾਨੂੰ ਕਿਸੇ ਟੀਚਰ ਨੇ ਕੋਈ ਫੀਡਬੈਕ ਦਿੱਤਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੀ ਫਾਈਲ ਦੇ ਵਿੱਚ ਐਡ ਕਰੋ। ਇਸ ਨਾਲ ਹੋਰ ਕਲੈਰਿਟੀ ਹੁੰਦੀ ਹੈ ਕਿ ਤੁਸੀਂ ਆਪਣੀ ਕੰਟਰੀ ਦੇ ਵਿੱਚ ਵੀ ਇੱਕ ਬ੍ਰਿਲੀਅੰਟ ਸਟੂਡੈਂਟ ਸੀ, ਤੁਸੀਂ ਇੱਕ ਸਿੰਸੀਅਰ ਸਟੂਡੈਂਟ ਹੋ। ਤਾਂ ਉਹ ਚੀਜ਼ਾਂ ਦਾ ਵੀ ਸਾਰੇ ਡਾਕੂਮੈਂਟਸ ਲਗਾਓ। ਮਤਲਬ ਇਹੀ ਹੈ ਕਿ ਹਰ ਚੀਜ਼ ਦਾ ਡਾਕੂਮੈਂਟ ਬਹੁਤ ਕਲੈਰਿਟੀ ਨਾਲ ਲਗਾਓ। ਜਦ ਇੱਕ ਫਾਈਲ ਲਗਾਉਂਦੇ ਆ ਤਾਂ ਉਸ ਤੋਂ ਪਹਿਲਾਂ ਤੁਸੀਂ 10-15 ਦਿਨ ਖੁਦ ਸਾਰੀ ਚੀਜ਼ ਦੀ ਸਟੱਡੀ ਕਰੋ, ਕਿਹੜੀ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ, ਉਸ ਦੇ ਡਾਕੂਮੈਂਟ ਤੁਹਾਡੇ ਕੋਲ ਹੈ ਜਾਂ ਨਹੀਂ ਹਨ। ਇਹ ਨਹੀਂ ਕਿ ਏਜੰਟ ਕੋਲੇ ਜਾਓ ਸਾਰਾ ਕੰਮ ਈਜ਼ੀ ਹੈ, ਪੈਸੇ ਦਿਓ ਸਭ ਹੋ ਜਾਏਗਾ। ਏਜੰਟ ਨੇ ਤੁਹਾਨੂੰ ਉਹੀ ਚੀਜ਼ਾਂ ਦੱਸਣੀਆਂ ਜਿਹੜੀਆਂ ਉਹਨੂੰ ਪਤਾ ਨੇ ਜਾਂ ਫਿਰ ਉਹਨੂੰ ਕਮਿਸ਼ਨ ਜਿਸ ਕਾਲਜ ਜਾਂ ਯੂਨੀਵਰਸਿਟੀ ਤੋਂ ਜ਼ਿਆਦਾ ਮਿਲਦਾ ਹੈ। ਇਸ ਕਰਕੇ ਖੁਦ ਸਟੱਡੀ ਕਰੋ, ਕਿਸੇ ਤੇ ਵਿਸ਼ਵਾਸ ਨਾ ਕਰੋ। ਜੋ ਅਸੀਂ ਦੱਸਿਆ ਹੈ ਸਾਡੀਆਂ ਚੀਜ਼ਾਂ ਵੀ ਤੁਸੀਂ ਖੁਦ ਸਰਚ ਕਰੋ ਗੂਗਲ 'ਤੇ ਜਾਂ ਖੁਦ ਸਟੱਡੀ ਕਰੋ ਇਹਨਾਂ ਚੀਜ਼ਾਂ ਬਾਰੇ, ਤੁਹਾਨੂੰ ਹੋਰ ਜ਼ਿਆਦਾ ਕਲੈਰਿਟੀ ਹੋਵੇਗੀ। ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਜਲਦ ਮਿਲਦੇ ਹਾਂ ਕੈਨੇਡਾ ਇਮੀਗ੍ਰੇਸ਼ਨ ਸੰਬੰਧਿਤ ਸਹੀ ਅਤੇ ਸਬੂਤ ਦੇ ਨਾਲ ਤਾਜ਼ਾ ਖਬਰਾਂ ਲੈ ਕੇ। ਸਤਿ ਸ਼੍ਰੀ ਅਕਾਲ।